ਸਤਿ ਸ਼੍ਰੀ ਅਕਾਲ ਲੋਕਰਾਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਿਆਸਤ ਦੇ ਉੱਪਰ ਗੱਲਬਾਤ ਹੋਊਗੀ, ਖਾਸ ਕਰਕੇ ਜਿਹੜੇ ਇਸ਼ੂ ਬੜੇ ਅਹਿਮ ਨੇ ਪੰਜਾਬ ਨੂੰ ਲੈ ਕੇ ਤੇ ਸਾਡੀ ਰਾਜਨੀਤੀ ਨੂੰ ਲੈ ਕੇ। ਤੇ ਜਿਵੇਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਜਾਂ ਸਰਕਾਰ ਦਿੱਲੀ ਦੇ ਵਿੱਚ ਹੈ, ਪਾਰਲੀਮੈਂਟ ਦਾ ਸੈਸ਼ਨ ਚੱਲਦਾ, ਇੱਕ ਕਾਰਵਾਈ ਹੁੰਦੀ ਹੈ ਸੰਜੇ ਸਿੰਘ ਨੂੰ ਸਸਪੈਂਡ ਕਰਨ ਦੀ। ਉਸ ਤੋਂ ਬਾਅਦ ਮਾਨ ਸਾਹਿਬ ਉਸ ਜਿਹੜਾ ਵਿਰੋਧ ਹੁੰਦਾ ਉੱਥੇ ਉਹਦੇ 'ਚ ਪਾਰਟੀਸਪੇਟ ਕਰਦੇ ਨੇ, ਪਹੁੰਚਦੇ ਨੇ, ਉੱਥੇ ਜਾ ਕੇ ਇੱਕ ਅਟੈਕ ਕਰਦੇ ਨੇ, ਛਾਤੀ ਹਮਲਾ ਮੋਦੀ ਸਰਕਾਰ ਦੇ ਉੱਪਰ ਮਨੀਪੁਰ ਨੂੰ ਲੈ ਕੇ। ਕੀ ਗੱਲਬਾਤ ਹੈ ਸਾਰੀ, ਉਹ ਕਿਵੇਂ ਸਭ ਕੁਝ ਵਾਪਰਿਆ ਡਾਕਟਰ ਸਾਹਿਬ? ਬਿਲਕੁਲ, ਦੇਖੋ ਪਿਛਲੇ ਦਿਨਾਂ ਦੇ ਵਿੱਚ ਜੋ ਮਣੀਪੁਰ ਦੀਆਂ ਘਟਨਾਵਾਂ ਵਾਪਰੀਆਂ ਨੇ, ਖਾਸ ਤੌਰ ਤੇ ਸਾਡੀਆਂ ਜਿਹੜੀਆਂ ਮਾਵਾਂ ਨੇ, ਭੈਣਾਂ ਨੇ, ਉਹਨਾਂ ਦੀ ਇੱਜ਼ਤ ਨੂੰ ਸੜਕਾਂ ਦੇ ਉੱਤੇ ਰੋਲਿਆ ਗਿਆ ਹੈ। ਆਪਾਂ ਸਾਰੇ ਜਾਣਦੇ ਹਾਂ, ਦੁਨੀਆ ਦੇ ਵਿੱਚ ਉਹਦੀ ਥੂ ਹੋਈ ਹੈ। ਔਰ ਉੱਥੇ ਸੱਤਾ ਕਿਹਦੀ ਹੈ? ਬੀਜੇਪੀ ਦੀ। ਸੈਂਟਰ ਦੇ ਵਿੱਚ ਕੌਣ ਹੈ? ਬੀਜੇਪੀ। ਹੁਣ ਜਦੋਂ ਵਿਰੋਧੀ ਧਿਰਾਂ ਬੀਜੇਪੀ ਤੋਂ ਸਵਾਲ ਪੁੱਛਦੀਆਂ ਨੇ, ਉਹਨਾਂ ਨੂੰ ਕਹਿੰਦੀਆਂ ਨੇ ਕਿ ਭਾਈ ਐਡੀ ਵੱਡੀ ਘਟਨਾ ਵਾਪਰੀ, ਖਾਸ ਤੌਰ ਤੇ ਮੋਦੀ ਸਾਹਿਬ ਜਵਾਬ ਕਿਉਂ ਨਹੀਂ ਦੇ ਰਹੇ, ਤਾਂ ਮੋਦੀ ਸਾਹਿਬ ਕਹਿੰਦੇ ਨੇ ਕਿ ਮੇਰੀ ਕੋਈ ਜਵਾਬਦੇਹੀ ਨਹੀਂ ਹੈ, ਇਹਦੇ ਉੱਤੇ ਤਾਂ ਫਲਾਣਾ ਬੰਦਾ ਬੋਲੇਗਾ, ਫਲਾਣਾ ਬੋਲੇਗਾ। ਜਦੋਂ ਕਿ ਸਾਰੀ ਜ਼ਿੰਮੇਵਾਰੀ ਪਾਰਟੀ ਦੇ ਪ੍ਰਧਾਨ ਦੀ ਜਾਂ ਪਾਰਟੀ ਦੇ ਖਾਸ ਤੌਰ ਤੇ ਜਿਹੜਾ ਮੁੱਖ ਪ੍ਰਧਾਨ ਮੰਤਰੀ ਹੈ ਉਹਦੀ ਹੋਣੀ ਚਾਹੀਦੀ ਹੈ। ਹੁਣ ਹਾਲਾਂਕਿ ਸੈਸ਼ਨ ਚੱਲ ਰਿਹਾ ਹੈ, ਪਰ ਸੈਸ਼ਨ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਬਾਰ-ਬਾਰ ਕਹਿ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਡਿਊਟੀ ਹੈ, ਤੁਸੀਂ ਆਓ ਔਰ ਉੱਥੇ ਬਹਿਸ ਕਰੋ ਔਰ ਇਹਨਾਂ ਮੁੱਦਿਆਂ ਦੇ ਉੱਤੇ ਬੋਲੋ ਵੀ ਔਰ ਬਹਿਸ ਦਾ ਜਵਾਬ ਵੀ ਦਿਓ। ਪਰ ਉਲਟ ਕੀ ਹੈ ਕਿ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ, ਜਿਹੜੇ ਮੰਗ ਕਰ ਰਹੇ ਨੇ, ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਆਪਾਂ ਸਾਰੇ ਜਾਣਦੇ ਹਾਂ ਤੇ ਕਿ ਸੰਜੇ ਸਿੰਘ ਜੀ ਨੇ ਜਦੋਂ ਸਵਾਲ ਉਠਾਏ ਮੋਦੀ ਸਾਹਿਬ ਦੇ ਖਿਲਾਫ, ਬੀਜੇਪੀ ਦੇ ਖਿਲਾਫ, ਕਿ ਭਾਈ ਮਣੀਪੁਰ ਦੇ ਵਿੱਚ ਕੀ ਕੀਤਾ ਜਾ ਰਿਹਾ ਹੈ, ਤਾਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਔਰ ਇਸੇ ਕਰਕੇ ਜਿਹੜੀਆਂ ਬਾਕੀ ਵਿਰੋਧੀ ਧਿਰਾਂ ਨੇ ਉਹ ਵੀ ਸੰਜੇ ਸਿੰਘ ਦੇ ਨਾਲ ਆਈਆਂ, ਆਮ ਆਦਮੀ ਪਾਰਟੀ ਦੇ ਨਾਲ ਆਈਆਂ, ਔਰ ਉੱਥੇ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਪਹੁੰਚੇ ਔਰ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮੋਦੀ ਸਾਹਿਬ ਨੂੰ ਬਹੁਤ ਜ਼ਿੰਮੇਵਾਰੀ ਦੇ ਨਾਲ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਔਰ ਇਹਨਾਂ ਦੇ ਜਵਾਬ ਦੇਣੇ ਬਣਦੇ ਹੈ। ਔਰ ਇਹ ਮੈਨੂੰ ਲੱਗਦਾ ਹੈ ਕਿ ਜਿੰਨਾ ਵੀ ਪ੍ਰੈਸ਼ਰ ਇਸ ਵੇਲੇ ਬੀਜੇਪੀ ਦੇ ਉੱਤੇ ਬਣਾਇਆ ਜਾਏ ਔਰ ਬੀਜੇਪੀ ਨੂੰ ਜਿਹੜਾ ਹੈਗਾ ਉਹਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ, ਕਿਉਂਕਿ ਜੋ ਹਾਲ ਪਿਛਲੇ ਦਿਨਾਂ ਦੇ ਵਿੱਚ ਮਣੀਪੁਰ ਦੇ ਵਿੱਚ ਹੋਇਆ, ਉਹ ਇੱਕ ਬਹੁਤ ਖਤਰਨਾਕ ਦੌਰ ਦੇ ਵਿੱਚੋਂ ਮਣੀਪੁਰ ਜਿਹੜਾ ਹੈਗਾ ਇਸ ਵੇਲੇ ਗੁਜ਼ਰ ਰਿਹਾ ਹੈ। ਔਰ ਜੇਕਰ ਇਹੀ ਗੱਲਾਂ ਬਾਕੀ ਸਟੇਟਾਂ ਦੇ ਵਿੱਚ ਫੈਲਦੀਆਂ ਨੇ ਤਾਂ ਹਿੰਦੁਸਤਾਨ ਦੇ ਸੰਵਿਧਾਨ ਦੇ ਲਈ, ਹਿੰਦੁਸਤਾਨ ਦੀ ਸ਼ਾਂਤੀ ਦੇ ਲਈ ਇੱਕ ਬਹੁਤ ਵੱਡਾ ਖਤਰਾ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦਾ ਹੈ। ਸੋ ਉਹਦੇ ਤੋਂ ਬਚਣ ਦੇ ਲਈ ਵਿਰੋਧੀ ਧਿਰਾਂ ਇਕੱਠੀਆਂ ਹੋ ਰਹੀਆਂ ਨੇ। ਇੱਕ ਚੰਗੀ ਗੱਲ ਹੈ ਕਿ 26 ਪਾਰਟੀਆਂ ਜਿਹੜੀਆਂ ਨੇ ਉਹ ਬੀਜੇਪੀ ਦੇ ਖਿਲਾਫ 24 ਦੇ ਵਿੱਚ ਇਕੱਠੀਆਂ ਹੋ ਰਹੀਆਂ ਨੇ ਔਰ ਜੇਕਰ ਹੋਰ ਵੀ ਵਿਰੋਧੀ ਧਿਰਾਂ ਨਾਲ ਰਲਦੀਆਂ ਨੇ ਤਾਂ ਉਹਦੇ ਨਾਲ 24 ਦੇ ਵਿੱਚ ਕਾਫੀ ਸੰਭਾਵਨਾਵਾਂ ਨੇ ਕਿ ਵਿਰੋਧੀ ਜਿਹੜੇ ਨੇ ਉਹ ਸੱਤਾ ਦੇ ਉੱਤੇ ਕਾਬਜ਼ ਹੋ ਸਕਦੇ ਨੇ। ਸੋ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਸੰਜੇ ਸਿੰਘ ਦੇ ਐਫਰਟ ਜਾਂ ਵਿਰੋਧੀ ਧਿਰਾਂ ਦੇ ਜਿਹੜੇ ਐਫਰਟਸ ਨੇ, ਕੋਸ਼ਿਸ਼ਾਂ ਨੇ, ਔਰ ਸਾਡੇ ਮੁੱਖ ਮੰਤਰੀ ਸਾਹਿਬ ਦੀ ਕੋਸ਼ਿਸ਼ ਹੈ ਉੱਥੇ ਜਾ ਕੇ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਧਰਨੇ ਤੇ ਬੈਠਣਾ ਔਰ ਵੱਖ-ਵੱਖ ਜਿਹੜੇ ਮੀਡੀਆ ਚੈਨਲਸ ਨੂੰ ਸੰਬੋਧਨ ਹੋਣਾ, ਇੱਕ ਚੰਗੀ ਗੱਲ ਹੈ ਤਾਂ ਕਿ ਬੀਜੇਪੀ ਦੇ ਉੱਤੇ ਖਾਸ ਤੌਰ ਤੇ ਮੋਦੀ ਸਾਹਿਬ ਦੇ ਉੱਤੇ ਕੋਈ ਪ੍ਰੈਸ਼ਰ ਬਣਾ ਕੇ ਉਹਨਾਂ ਤੋਂ ਕੋਈ ਜਵਾਬਦੇਹੀ ਜਿਹੜੀ ਹੈਗੀ ਹੈ ਉਹ ਨਿਸ਼ਚਿਤ ਕੀਤੀ ਜਾਵੇ ਔਰ ਤਾਂ ਕਿ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਮਣੀਪੁਰ ਦੇ ਵਿੱਚ ਜੋ ਵਾਪਰੀਆਂ ਨੇ ਉਹ ਕਿਸੇ ਹੋਰ ਸਟੇਟ ਦੇ ਵਿੱਚ ਨਾ ਵਾਪਰਨ। ਸੋ ਇਹ ਇੱਕ ਮੈਨੂੰ ਲੱਗਦਾ ਹੈ ਕਿ ਜਿੰਨਾ ਲੋਕ ਇਕੱਠੇ ਹੋਣਗੇ, ਜਿੰਨਾ ਲੋਕ ਜਵਾਬ ਪੁੱਛਣਗੇ ਬੀਜੇਪੀ ਨੂੰ, ਓਨਾ ਹੀ ਚੰਗਾ ਹੋਏਗਾ ਹਿੰਦੁਸਤਾਨ ਦੇ ਭਵਿੱਖ ਦੇ ਲਈ, ਆਮ ਲੋਕਾਂ ਦੇ ਲਈ ਔਰ ਖਾਸ ਤੌਰ ਤੇ ਜਿਹੜਾ ਹਿੰਦੁਸਤਾਨ ਦੀ ਜਿਹੜੀ ਸ਼ਾਂਤੀ ਹੈ ਜਾਂ ਸਾਡਾ ਸੰਵਿਧਾਨ ਹੈ ਉਹਨੂੰ ਜਿਹੜੀ ਬਚਾਉਣ ਦੀ ਲੜਾਈ ਹੈ ਉਹਦੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਸਾਰੇ ਇਕੱਠੇ ਹੋ ਕੇ ਇੱਕ ਹੋ ਕੇ ਲੜਨ। ਪੰਗੂ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ ਵਿਰੋਧੀ ਧਿਰ ਇੱਥੇ ਉਹ ਉਹਨਾਂ ਦਾ ਆਪਣੀ ਸਟੇਟਮੈਂਟ ਹੁੰਦੀ ਹੈ, ਉਹ ਕਹਿੰਦੇ ਕਿ ਮਾਨ ਸਾਹਿਬ ਨੂੰ ਏਦਾਂ ਜਾਣਾ ਨਹੀਂ ਚਾਹੀਦਾ, ਪੰਜਾਬ ਤਾਂ ਮਰ ਰਿਹਾ, ਵੀ ਇੱਥੇ ਪੰਜਾਬ ਦੇ ਵਿੱਚ ਮੌਜੂਦ ਰਹਿਣਾ ਬਣਦਾ। ਦੇਖੋ ਜਿੱਥੋਂ ਤੱਕ ਪੰਜਾਬ ਔਰ ਮਾਨ ਸਾਹਿਬ ਦੀ ਗੱਲ ਹੈ, ਮੈਨੂੰ ਲੱਗਦਾ ਹੈ ਕਿ
ਕੋਈ ਵੀ ਜਿਹੜੇ ਲੀਡਰ ਹੁੰਦੇ ਨੇ ਉਹ ਇਹ ਨਹੀਂ ਹੈ ਕਿ ਜੇਕਰ ਪੰਜਾਬ ਦੇ ਵਿੱਚ ਜਿਹੜਾ ਹੈਗਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਿਰੋਧੀ ਧਿਰਾਂ ਕੋਈ ਸਵਾਲ ਉਠਾਉਂਦੀਆਂ ਨੇ ਕਿ ਇੱਥੇ ਤਾਂ ਜੀ ਇੱਥੇ ਕਿਉਂ ਨਹੀਂ ਰਹਿੰਦੇ। ਮੈਨੂੰ ਇਹ ਲੱਗਦਾ ਹੈ, ਤੁਸੀਂ ਆਪਾਂ ਸਾਰੇ ਦੇਖੇ ਨੇ, ਜਿੰਨੇ ਵੀ ਪਹਿਲਾਂ ਮੁੱਖ ਮੰਤਰੀ ਹੁੰਦੇ ਸੀਗੇ, ਜਦੋਂ ਕਿਸੇ ਵੀ ਕਿਸਮ ਦੇ ਇਦਾਂ ਦੇ ਹੜ੍ਹ ਆਉਂਦੇ ਸੀਗੇ, ਪਾਣੀ ਨਾਲ ਬਰਬਾਦੀ ਹੁੰਦੀ ਸੀ, ਤਾਂ ਉਹ ਹਵਾਈ ਯਾਤਰਾਵਾਂ ਕਰਦੇ ਸੀਗੇ। ਹਵਾ ਦੇ ਵਿੱਚ ਜਾਂ ਜਿਹੜੇ ਹਵਾਈ ਜਹਾਜ਼ ਨੇ ਉਹਨਾਂ ਦੇ ਵਿੱਚ ਉਹ ਸਰਵੇਖਣ ਹੁੰਦੇ ਸੀਗੇ ਔਰ ਕਾਗਜ਼ਾਂ ਦੇ ਵਿੱਚ ਸਰਵੇਖਣ ਹੋ ਜਾਂਦੇ ਸੀਗੇ। ਪਰ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਪਹਿਲੀ ਵਾਰੀ ਹੋਇਆ ਕਿ ਮਾਨ ਸਾਹਿਬ ਕਿਸ਼ਤੀਆਂ ਦੇ ਰਾਹੀਂ ਜਾਂ ਉੱਦਾਂ ਜਿਹੜੀਆਂ ਨੇ ਵੱਖ-ਵੱਖ ਥਾਵਾਂ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਆਮ ਲੋਕਾਂ ਨੂੰ ਮਿਲ ਕੇ ਆਵਾਂ। ਸੋ ਪਹਿਲੀ ਗੱਲ ਤਾਂ ਹੈ ਕਿ ਜੇ ਤਾਂ ਉਹ ਨਾ ਮਿਲੇ ਹੋਣ ਔਰ ਗਰਦਾਰੀ ਹੋਣੀ ਹੈ, ਉਹਦੇ ਵਿੱਚ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਰੇ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਵੀ ਕਿਹਾ ਕਿ ਭਾਈ ਗਰਦੌਰੀ ਜਿਹੜੀ ਹੈਗੀ ਹੈ ਜਲਦੀ ਤੋਂ ਜਲਦੀ ਕਰੋ, ਤਾਂ ਕਿ ਅਸੀਂ ਲੋਕਾਂ ਨੂੰ ਫਸਲਾਂ ਦੀ ਜਿਹੜੀ ਬਰਬਾਦੀ ਹੈ ਉਹਦਾ ਪੈਸਾ, ਜਾਂ ਘਰਾਂ ਦੀ ਬਰਬਾਦੀ ਹੈ ਉਹਦਾ ਪੈਸਾ ਮੁਹੱਈਆ ਕਰਵਾ ਸਕੀਏ। ਇਹ ਤਾਂ ਜਿਹੜੀ ਹੈਗੀ ਹੈ ਪੰਜਾਬ ਦੀ ਗੱਲ। ਜਿੱਥੋਂ ਤੱਕ ਮਾਨ ਸਾਹਿਬ, ਕਿਉਂਕਿ ਇਸ ਵੇਲੇ ਨੈਸ਼ਨਲ ਫਿਗਰ ਨੇ, ਉਹ ਇੱਕ ਨੈਸ਼ਨਲ ਪਾਰਟੀ ਦੇ ਵੱਡੇ ਕੱਦਾਵਰ ਲੀਡਰ ਨੇ, ਇਸੇ ਕਰਕੇ ਜਦੋਂ ਨੈਸ਼ਨਲ ਕੋਈ ਪਾਰਟੀ ਬਣਦੀ ਹੈ ਤਾਂ ਨੈਸ਼ਨਲ ਪਾਰਟੀ ਦੇ ਵਿੱਚ ਜਿੰਨੇ ਵੀ ਨੈਸ਼ਨਲ ਦੇ ਇਸ਼ੂ ਹੁੰਦੇ ਨੇ, ਸੈਂਟਰ ਦੇ ਇਸ਼ੂ ਹੁੰਦੇ ਨੇ ਜਾਂ ਪੂਰੇ ਮੁਲਕ ਦੇ ਇਸ਼ੂ ਹੁੰਦੇ ਨੇ, ਤਾਂ ਉਹਨਾਂ ਇਸ਼ੂਜ਼ ਦੇ ਉੱਤੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਬੋਲਦੇ ਆ ਔਰ ਇਸ ਕਰਕੇ ਉਹ ਜਾਂਦੇ ਆ ਵੱਖ-ਵੱਖ। ਇਕੱਲਾ ਇਹ ਨਹੀਂ ਕਿ ਉਹ ਦਿੱਲੀ ਦੇ ਵਿੱਚ ਹੀ ਜਾਂਦੇ ਆ, ਬਾਕੀ ਵੀ ਸਟੇਟਾਂ ਦੇ ਵਿੱਚ ਜਦੋਂ ਵੀ ਕੋਈ ਕਾਨਫਰੰਸ ਹੁੰਦੀ ਹੈ, ਮੀਟਿੰਗਾਂ ਹੁੰਦੀਆਂ ਨੇ, ਇੱਕ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਉਹਨਾਂ ਨੂੰ ਜਾਣਾ ਪੈਂਦਾ, ਉਹਨਾਂ ਦੀ ਡਿਊਟੀ ਹੈ ਇਹ। ਸੋ ਇਸ ਕਰਕੇ ਆਪਣੀ ਡਿਊਟੀ ਜਿਹੜੀ ਹੈਗੀ ਨੈਸ਼ਨਲ ਲੈਵਲ ਦੀ ਵੀ ਡਿਊਟੀ ਹੈ। ਕੋਈ ਮਣੀਪੁਰ ਦੀ ਘਟਨਾ ਕੋਈ ਛੋਟੀ ਘਟਨਾ ਨਹੀਂ ਹੈ। ਜੇ ਆਪਾਂ ਦੇਖੀਏ ਕਿ ਇਹ ਕੋਈ ਬਹੁਤ ਛੋਟੀ ਘਟਨਾ ਹੈ, ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ 75 ਸਾਲਾਂ ਦੇ ਇਤਿਹਾਸ ਵਿੱਚ ਇਦਾਂ ਦੀਆਂ ਘਟਨਾਵਾਂ, ਜਿਸ ਕਿਸਮ ਦੀ ਗੁੰਡਾਗਰਦੀ ਮਣੀਪੁਰ ਦੇ ਵਿੱਚ ਕੀਤੀ ਗਈ ਹੈ ਔਰ ਉਹਦੇ ਵਿੱਚ ਸਟੇਟ ਦੀ ਜ਼ਿੰਮੇਵਾਰੀ, ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ, ਸੈਂਟਰ ਦੀ ਹੋਵੇ ਚਾਹੇ ਉਸ ਸਟੇਟ ਦੀ ਹੋਵੇ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਔਰ ਉਹ ਜ਼ਿੰਮੇਵਾਰੀ ਜਦੋਂ ਇਹ ਸਰਕਾਰਾਂ ਨਹੀਂ ਨਿਭਾ ਰਹੀਆਂ ਤਾਂ ਲਾਜ਼ਮੀ ਤੌਰ ਤੇ ਇਹਦੇ ਉੱਤੇ ਸਵਾਲ ਖੜੇ ਕਰਨੇ ਨੈਸ਼ਨਲ ਪਾਰਟੀ ਦੀ ਜ਼ਿੰਮੇਵਾਰੀ ਹੈ। ਸੋ ਇਹ ਗੱਲ ਕਹਿਣੀ ਕਿ ਉਹ ਕਿਉਂ ਜਾ ਰਹੇ ਨੇ, ਮੈਨੂੰ ਲੱਗਦਾ ਹੈ ਕਿ ਇੱਕ ਹਾਸੋਹੀਣੀ ਗੱਲ ਹੈ। ਉਹਨਾਂ ਦੀ ਡਿਊਟੀ ਹੈ ਔਰ ਜਿੰਨਾ ਉਹ ਬੀਜੇਪੀ ਨੂੰ ਸਵਾਲ ਪੁੱਛਣਗੇ ਜਾ ਕੇ ਉਨਾ ਹੀ ਚੰਗਾ ਹੈ, ਉਨਾ ਹੀ ਸਟੇਟਾਂ ਬਚਣਗੀਆਂ। ਸਟੇਟ ਦਾ ਜੋ ਰਿਸ਼ਤਾ ਹੈ ਸੈਂਟਰ ਔਰ ਸਟੇਟ ਦਾ, ਉਹ ਰਿਸ਼ਤਾ ਤਾਂ ਹੀ ਅੱਗੇ ਚੱਲ ਸਕਦਾ ਹੈ ਜੇਕਰ ਉਹਨਾਂ ਦੇ ਵਿੱਚ ਕੋਈ ਕੋਆਰਡੀਅਲ ਰਿਲੇਸ਼ਨ ਹੋਵੇ, ਚੰਗਾ ਸੰਬੰਧ ਹੋਵੇ। ਸੋ ਚੰਗਾ ਸੰਬੰਧ ਬਣਾਉਣ ਦੇ ਲਈ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਜਿਹੜੇ ਪ੍ਰੈਸ਼ਰ ਨੇ, ਇਦਾਂ ਦੇ ਵੱਖ-ਵੱਖ ਪਾਰਟੀਆਂ ਦਾ ਇਕੱਠੇ ਹੋ ਕੇ ਲੜਨਾ ਹੈ, ਉਹ ਇੱਕ ਚੰਗੀ ਗੱਲ ਹੈ ਔਰ ਉਹਦੇ ਵਿੱਚ ਮਾਨ ਸਾਹਿਬ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਭੰਗੂ ਸਾਹਿਬ ਜੀ, ਡਾਕਟਰ ਸਾਹਿਬ ਸੁਨੀਲ ਜਾਖੜ ਆਪਣੀ ਟੀਮ ਦੇ ਨਾਲ ਗਵਰਨਰ ਨੂੰ ਮਿਲੇ ਨੇ, ਤਮਾਮ ਮਸਲੇ ਖਾਸ ਕਰਕੇ ਹੜ੍ਹਾਂ ਦੇ ਉਹਨਾਂ ਨੇ ਵਿੱਚ ਆ ਰਹੇ ਨੇ ਤੇ ਪੰਜਾਬ ਸਰਕਾਰ ਦੇ ਉੱਪਰ ਉਹਨਾਂ ਨੇ ਹਮਲਾ ਵੀ ਕੀਤਾ। ਕਹਿੰਦੇ ਕਿ ਜੇ ਸਮਾਂ ਰਹਿੰਦਿਆਂ ਪ੍ਰਬੰਧ ਕੀਤੇ ਹੁੰਦੇ, ਸਮਾਂ ਰਹਿੰਦਿਆਂ ਇੱਧਰ ਧਿਆਨ ਮਾਰਿਆ ਹੁੰਦਾ ਵੀ ਇਹ ਕੰਮ ਵੀ ਹੈਗਾ ਸਟੇਟ ਦਾ, ਤਾਂ ਕਹਿੰਦੇ ਕਿੱਡਾ ਨੁਕਸਾਨ ਨਹੀਂ ਸੀ ਹੋਣਾ। ਬਿਲਕੁਲ, ਦੇਖੋ ਇਹ ਗੱਲਾਂ ਤਾਂ ਜਿੱਥੇ ਜਿੱਥੇ ਬੀਜੇਪੀ ਦੀਆਂ ਸਟੇਟਾਂ ਨੇ ਉੱਥੇ ਵੀ ਉਨੀਆਂ ਹੀ ਲਾਗੂ ਹੋਣੀਆਂ ਚਾਹੀਦੀਆਂ ਨੇ। ਸਾਡੇ ਨਾਲ ਲੱਗਵਾ ਹਰਿਆਣਾ ਹੈ, ਬਹੁਤ ਮੀਂਹ ਆਇਆ, ਉੱਥੇ ਬਹੁਤ ਹੜ੍ਹ ਆਏ ਨੇ, ਠੀਕ ਹੈ ਨਾ। ਉੱਥੇ ਤਾਂ ਲਗਭਗ 4-4.5 ਸਾਲ ਦੀ ਸੱਤਾ ਹੈ, ਉਸ ਤੋਂ ਵੀ ਪਹਿਲਾਂ ਵੀ ਸੱਤਾ ਸੀਗੀ ਬੀਜੇਪੀ ਦੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਇਹ ਦੋਸ਼ ਪ੍ਰਤੀਦੋਸ਼ ਨੇ ਇਹ ਲਾਉਣੇ ਬਹੁਤ ਸੌਖੇ ਨੇ, ਪਰ ਮੈਨੂੰ ਲੱਗਦਾ ਹੈ ਕਿ ਜਾਖੜ ਸਾਹਿਬ ਨੂੰ ਬਿਲਕੁਲ ਨਾਲ ਵਾਲਾ ਇਲਾਕਾ ਜਿੱਥੇ ਕਿ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਹੈ ਔਰ ਹਿਮਾਚਲ ਦੇ ਵਿੱਚ ਵੀ ਔਰ ਬਾਕੀ ਵੀ ਸਟੇਟਾਂ ਦੇ ਵਿੱਚ, ਇਹ ਤਾਂ ਹੈ ਨਹੀਂ ਕਿ ਪਾਣੀ ਇੱਥੇ ਇਕੱਲੇ ਪੰਜਾਬ 'ਚ ਹੀ ਆਇਆ ਹੈ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਆਇਆ ਹੈ ਔਰ ਆ ਵੀ ਰਿਹਾ। ਸੋ ਕਹਿਣ ਦਾ ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਲਈ ਇੰਤਜ਼ਾਮ ਨਹੀਂ ਹੋਣੇ ਚਾਹੀਦੇ, ਬਕਾਇਦਾ ਤੌਰ ਤੇ ਇੰਤਜ਼ਾਮ ਹੋਣੇ ਚਾਹੀਦੇ ਨੇ। ਔਰ ਜਿੱਥੇ ਵੀ ਕਮੀਆਂ ਨੇ, ਚਾਹੇ ਉਹ ਘੱਗਰ ਦੀਆਂ, ਔਰ ਘੱਗਰ ਦੀ ਤੁਸੀਂ ਵੀ ਜਾਣਦੇ ਹੋ, ਤੁਸੀਂ ਉਸ ਇਲਾਕੇ ਦੇ ਹੋ ਭੰਗੂ ਸਾਹਿਬ, ਕਿ ਘੱਗਰ ਦੇ ਉੱਤੇ ਬਹੁਤ ਪੋਲਿਟਿਕਸ ਹੁੰਦੀ ਰਹੀ ਹੈ। ਜੇਕਰ ਇਸ ਦਾ ਕੋਈ ਪ੍ਰੋਪਰ ਹੱਲ ਨਹੀਂ ਲੱਭਿਆ ਜਾਂਦਾ ਔਰ ਬਕਾਇਦਾ ਤੌਰ ਤੇ ਇੱਥੇ ਬੰਨ ਨਹੀਂ ਬਣਾਏ ਜਾਂਦੇ ਜਾਂ ਕੋਈ ਹੋਰ ਸਿਸਟਮ ਨਹੀਂ ਲਿਆਂਦਾ ਜਾਂਦਾ, ਤਾਂ ਇਸ ਤਰ੍ਹਾਂ ਦੇ ਪਾਣੀ ਵੀ ਫੇਰ ਦੁਬਾਰਾ ਆਉਂਦੇ ਰਹਿਣਗੇ। ਸੋ ਉਹਦਾ ਜਿਹੜਾ ਹੈਗਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਭਾਖੜਾ ਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਹੈ, ਇਸੇ ਤਰ੍ਹਾਂ ਸਤਲੁਜ ਦਾ, ਇਸੇ ਤਰ੍ਹਾਂ ਰਾਵੀ ਦਾ, ਬਿਆਸ ਦਾ, ਜਿੱਥੇ ਜਿੱਥੇ ਸਾਡੇ
ਦਰਿਆਵਾਂ ਦੇ ਵਿੱਚ ਪਾਣੀ ਦਾ ਖਤਰਾ ਆਉਣ ਦੀਆਂ ਸੰਭਾਵਨਾਵਾਂ ਨੇ, ਸਾਡੇ ਨਦੀਆਂ ਨੇ, ਸਾਡੇ ਨਾਲੇ ਨੇ, ਸਾਡੇ ਟੋਭੇ ਨੇ ਪਿੰਡਾਂ ਦੇ ਵਿੱਚ, ਉਹਨਾਂ ਦੀ ਬਕਾਇਦਾ ਸਫਾਈ ਹੋਣੀ ਚਾਹੀਦੀ ਹੈ। ਔਰ ਬਕਾਇਦਾ ਉਹਨਾਂ ਦੇ ਉੱਤੇ ਸਾਡੇ ਕੋਲ ਮਨਰੇਗਾ ਹੈ। ਦੇਖੋ, ਮਨਰੇਗਾ ਨੂੰ ਜੇ ਤੁਸੀਂ ਸੋਲਿਡ ਬਣਾ ਲਓਗੇ ਤਾਂ ਸਾਰਾ ਸਾਲ ਉਹਨਾਂ ਤੋਂ ਤੁਸੀਂ ਕੰਮ ਲੈ ਕੇ ਟੋਭਿਆਂ ਦੀ ਸਫਾਈ ਕਰ ਸਕਦੇ ਆ, ਨਹਿਰਾਂ ਦੀ, ਨਦੀਆਂ ਦੀ, ਉਹਨਾਂ ਤੋਂ ਬਹੁਤ ਸਾਰਾ ਕੰਮ ਜਿਹੜਾ, ਨਾਲੇ ਤਾਂ ਉਹਨਾਂ ਨੂੰ ਰੁਜ਼ਗਾਰ ਮਿਲੇਗਾ ਮਨਰੇਗਾ ਦੇ ਰਾਹੀਂ, ਨਾਲੇ ਸਾਡੇ ਟੋਭੇ ਜਾਂ ਜਿਹੜੇ ਸਾਡੇ ਨਾਲੇ ਨੇ, ਨਦੀਆਂ ਨੇ, ਉਹ ਸਾਫ਼ ਹੋਣਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪ੍ਰੋਪਰ ਸਾਰੀਆਂ ਸਟੇਟਾਂ ਨੂੰ ਇਹ ਚਾਹੀਦਾ ਹੈ, ਕਿਉਂਕਿ ਇਹ ਕੋਈ ਪਾਣੀ ਇਹ ਨਹੀਂ ਆ ਗਿਆ ਕਿ ਪੰਜਾਬ ਦਾ ਪਾਣੀ ਹੈ, ਇਹ ਪਾਣੀ ਆਇਆ ਹਿਮਾਚਲ ਤੋਂ, ਕਿਉਂਕਿ ਉੱਥੇ ਬੱਦਲ ਫਟੇ, ਉੱਥੇ ਬੇਲੋੜੀ ਬਹੁਤ ਜ਼ਿਆਦਾ ਬੇਮੌਸਮੀ ਜਿਹੜੀ ਹੈਗੀ ਹੈ ਵਰਖਾ ਹੋਈ ਹੈ, ਆਪਾਂ ਸਾਰੇ ਜਾਣਦੇ ਹਾਂ। ਸੋ ਉਹਦਾ ਪ੍ਰੈਸ਼ਰ ਜਿਹੜਾ ਹੈਗਾ ਪੰਜਾਬ ਕਿਵੇਂ ਚੱਲੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸੋਚਣਾ ਪਏਗਾ। ਔਰ ਉਹਦੇ ਲਈ ਨਵੀਆਂ ਪਾਲਿਸੀਆਂ ਬਣਾਉਣੀਆਂ ਪੈਣਗੀਆਂ, ਉਹਦੇ ਲਈ ਡੈਮਸ ਬਣਾਉਣੇ ਪੈਣਗੇ। ਇਸ ਪਾਣੀ ਨੂੰ ਕਿਵੇਂ ਵਰਤਿਆ ਜਾਵੇ ਲੋਕਾਂ ਦੇ ਲਈ, ਲੋਕਾਂ ਦੀ ਭਲਾਈ ਦੇ ਲਈ, ਖੇਤੀ ਲਈ ਕਿਵੇਂ ਵਰਤਿਆ ਜਾਏ, ਇਹ ਪੀਣ ਲਈ ਕਿਵੇਂ ਵਰਤਿਆ ਜਾਏ, ਬਿਜਲੀ ਲਈ ਕਿਵੇਂ ਵਰਤਿਆ ਜਾਏ, ਪਾਣੀ ਤੋਂ ਹੋਰ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਨੇ ਉਹ ਕਿਵੇਂ ਡਿਵੈਲਪ ਕੀਤੀਆਂ ਜਾਣ। ਸੋ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਸਾਨੂੰ ਸੋਚਣਾ ਹੋਏਗਾ ਔਰ ਉਹਦੇ ਉੱਤੇ ਕੰਮ ਕਰਨਾ ਹੋਏਗਾ। ਸੋ ਮੈਨੂੰ ਲੱਗਦਾ ਹੈ ਕਿ ਇਹ ਮਿਲ ਕੇ ਬੈਠਣ ਦੀ ਗੱਲ ਜਿਹੜੀ ਹੈਗੀ ਆ ਉਹ ਤਾਂ ਹੀ ਸੰਭਵ ਹੋ ਸਕਦੀ ਹੈ, ਨਾ ਕਿ ਦੋਸ਼ ਲਾ ਕੇ ਇਹ ਕਿ ਮੈਂ ਹੁਣ, ਕਿਉਂਕਿ ਪਹਿਲਾਂ ਉਹ ਕਾਂਗਰਸ ਦੇ ਵਿੱਚ ਸੀਗੇ, ਜਾਖੜ ਸਾਹਿਬ ਕਾਂਗਰਸ ਦੀਆਂ ਗੱਲਾਂ ਕਰਦੇ ਸੀ, ਹੁਣ ਉਹ ਬੀਜੇਪੀ, ਕਿਉਂਕਿ ਬੀਜੇਪੀ ਦੇ ਆਪਾਂ ਸਾਰੇ ਜਾਣਦੇ ਹਾਂ ਬਹੁਤ ਸਾਰੇ ਸਟੇਟਾਂ ਦੇ ਵਿੱਚ ਸੱਤਾ ਹੈ ਇਸ ਵੇਲੇ, ਔਰ ਉਹਨਾਂ ਸਟੇਟਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੜ੍ਹ ਆਏ ਨੇ ਜਿਵੇਂ ਪੰਜਾਬ 'ਚ ਆਏ ਨੇ, ਸਗੋਂ ਉਸ ਤੋਂ ਵੀ ਜ਼ਿਆਦਾ ਆਏ ਨੇ। ਸੋ ਉਧਰ ਵੀ ਜਿਹੜਾ ਹੈਗਾ ਇਹ ਸਾਰੇ ਸਟੇਟਾਂ ਨੂੰ ਮਿਲ ਕੇ ਹੀ ਨੈਸ਼ਨਲ ਲੈਵਲ ਦੀ ਜਿਹੜੀ ਪਾਲਿਸੀ ਹੈ ਜਿਹੜੀ ਪਾਣੀ ਨੂੰ ਲੈ ਕੇ ਉਹ ਬਣਨੀ ਚਾਹੀਦੀ ਹੈ, ਤਾਂ ਹੀ ਹਿੰਦੁਸਤਾਨ ਦਾ ਭਲਾ ਹੈ। ਔਰ ਤਾਂ ਹੀ ਹਿੰਦੁਸਤਾਨ ਜਿਹੜਾ ਹੈਗਾ ਖੇਤੀਬਾੜੀ ਦੇ ਵਿੱਚ, ਕਿਉਂਕਿ ਖੇਤੀਬਾੜੀ ਲਈ ਤਾਂ ਪਾਣੀ ਮਸਟ ਹੈ, ਪਾਣੀ ਬਹੁਤ ਜ਼ਰੂਰੀ ਹੈ। ਜੇ ਸਾਨੂੰ ਪਾਣੀ ਦੀ ਸੰਭਾਲ ਅਸੀਂ ਨਹੀਂ ਕਰ ਪਾਵਾਂਗੇ ਤਾਂ ਸਾਡੀ ਖੇਤੀਬਾੜੀ ਵੀ ਜਿਹੜੀ ਹੈਗੀ ਆ ਉਹ ਰੁਲ ਜਾਏਗੀ। ਸੋ ਪਾਣੀ ਨੂੰ ਸੰਭਾਲੀਏ ਔਰ ਉਹਦੇ ਲਈ ਪਾਲਿਸੀਆਂ ਬਣਾਈਏ, ਔਰ ਜਿਹੜੀ ਵੀ ਜਿੱਥੇ ਵੀ ਸਰਕਾਰ ਹੈ, ਚਾਹੇ ਹਿਮਾਚਲ ਦੀ ਸਰਕਾਰ ਹੈ, ਚਾਹੇ ਹਰਿਆਣੇ ਦੀ ਹੈ, ਚਾਹੇ ਪੰਜਾਬ ਦੀ ਹੈ, ਚਾਹੇ ਸੈਂਟਰ ਦੀ ਹੈ, ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਔਰ ਅਸੀਂ ਤਾਂ ਕਿ ਆਮ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਕਰੋਪੀਆਂ ਤੋਂ ਬਚ ਸਕਣ। ਇਹੀ ਇਹਦਾ ਹੱਲ ਹੈ ਭੰਗੂ ਸਾਹਿਬ। ਜੀ ਡਾਕਟਰ ਸਾਹਿਬ, ਮਨੀਪੁਰ ਦੀ ਘਟਨਾ ਨੂੰ ਕਿਵੇਂ ਵੇਖ ਰਹੇ ਹੋ? ਲਗਾਤਾਰ ਉੱਥੇ ਜਿਹੜੀਆਂ ਔਰਤਾਂ ਦੇ ਨਾਲ ਬਦਸਲੂਕੀ ਦੀਆਂ ਘਟਨਾਵਾਂ ਨੇ, ਲਗਾਤਾਰ ਉਹਨਾਂ ਦੀ ਜਿਹੜੀ ਵੀਡੀਓਜ਼ ਹੋਰ ਆ ਰਹੀਆਂ ਨੇ। ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉੱਥੋਂ ਦੇ ਵੀਰੇਨ ਸਿੰਘ, ਉਹਨਾਂ ਨੇ ਵੀ ਕਿਹਾ ਕਿ ਇੱਕ ਥੋੜ੍ਹੀ ਹੈ, ਪਤਾ ਨਹੀਂ ਕਿੰਨੀਆਂ ਘਟਨਾਵਾਂ ਨੇ ਇਹੋ ਜਿਹੀਆਂ। ਦੇਖੋ, ਇੱਕ ਮਨੁੱਖਤਾ ਦੇ ਨਾਲ ਉੱਥੇ ਖਿਲਵਾੜ ਹੋਇਆ। ਡਾਕਟਰ ਸਾਹਿਬ ਕਿਵੇਂ ਵੇਖ ਰਹੇ ਹੋ ਮਨੀਪੁਰ ਨੂੰ? ਇਹ ਦੇਖੋ, ਜੋ ਮਨੀਪੁਰ ਦੀਆਂ ਘਟਨਾਵਾਂ ਕੋਈ ਇਹ ਤਾਂ ਹੈ ਨਹੀਂ ਕਿ ਅੱਜ ਹੀ ਪੈਦਾ ਹੋਈਆਂ, ਪਿਛਲੇ ਲੰਬੇ ਸਮੇਂ ਤੋਂ, ਹਾਲਾਂਕਿ ਕਈ ਸਾਲਾਂ ਤੋਂ। ਜੇ ਤੁਸੀਂ ਮਨੀਪੁਰ ਦਾ ਇਤਿਹਾਸ ਦੇਖੋਗੇ ਤਾਂ ਇਹ ਨਹੀਂ ਹੈ ਕਿ ਕੋਈ ਇਹ 2 ਸਾਲਾਂ ਤੋਂ ਜਾਂ 3 ਸਾਲਾਂ ਤੋਂ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਮਨੀਪੁਰ ਦੇ ਵਿੱਚ ਵਾਪਰਦੀਆਂ ਰਹੀਆਂ ਨੇ। ਔਰ 2 ਜਿਹੜੇ ਸਮੁਦਾਇ ਨੇ ਉੱਥੇ ਵੱਡੇ, 2 ਧਰਮ, ਵੱਖਰੇ ਵੱਖਰੇ ਧਰਮ ਨੇ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਜਿਹੜਾ ਹੈਗਾ, ਰਿਜ਼ਰਵੇਸ਼ਨ ਹੋਵੇ ਚਾਹੇ ਜ਼ਮੀਨ ਨੂੰ ਲੈ ਕੇ ਹੋਵੇ, ਉਹ ਹੁੰਦਾ ਰਿਹਾ। ਸੋ ਇਹ ਘਟਨਾਵਾਂ ਜਿਹੜੀਆਂ ਨੇ, ਸਿਆਸਤ ਹੀ ਇਹਨਾਂ ਨੂੰ ਹੱਲ ਕਰ ਸਕਦੀ ਹੈ। ਔਰ ਜੇਕਰ ਸਹੀ ਸਿਆਸਤ ਹੋਏਗੀ, ਜੇਕਰ ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਲੜਾਉਣ ਵਾਲੀ, ਜਾਤ ਪਾਤ ਦੇ ਨਾਂ ਦੇ ਉੱਤੇ ਲੜਾਉਣ ਵਾਲੀ, ਆਪਸੀ ਭਾਈਚਾਰੇ ਦੀ ਜਿਹੜੀ ਸਿਆਸਤ ਅੱਜ ਆਪਾਂ ਦੇਖ ਰਹੇ ਹਾਂ ਮਣੀਪੁਰ ਦੇ ਵਿੱਚ, ਜੇਕਰ ਇਹ ਹੋਵੇਗੀ ਤਾਂ ਇਹ ਘਟਨਾਵਾਂ ਇਸੇ ਤਰ੍ਹਾਂ ਹੀ ਵਾਪਰਦੀਆਂ ਰਹਿਣਗੀਆਂ। ਸੋ ਇਸ ਵੇਲੇ ਲੋੜ ਹੈ ਕਿ ਇੱਕ ਪ੍ਰੋਗਰੈਸਿਵ ਜਿਹੜੀ ਪੋਲਿਟਿਕਸ ਹੈ, ਇੱਕ ਸਿਆਣੀ ਪੋਲਿਟਿਕਸ ਹੈ, ਉਹ ਅੱਗੇ ਆਵੇ। ਔਰ ਇੱਦਾਂ ਦੇ ਜਿਹੜੇ ਲੋਕ ਨੇ ਜਿਹੜੇ ਲੜਾਉਂਦੇ ਆ ਲੋਕਾਂ ਨੂੰ, ਜਿਹੜੇ ਆਪਸ 'ਚ ਲੜਾ ਕੇ ਮਰਵਾ ਕੇ ਇੱਦਾਂ ਦੀਆਂ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦੇ ਆ, ਇੱਜ਼ਤ ਜਿਹੜੀ ਹੈਗੀ ਆ ਉਹ ਸੜਕਾਂ ਦੇ ਉੱਤੇ ਲੁੱਟੀ ਜਾਂਦੀ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਤਾਂ ਹੀ ਨੱਥ ਪਾਈ ਜਾ ਸਕਦੀ ਹੈ ਜੇਕਰ ਚੰਗੀ ਸਿਆਸਤ ਹੋਏਗੀ। ਔਰ ਕਿਉਂਕਿ ਹੁਣ 24 ਨੇੜੇ ਹੈ, 24 ਦੇ ਮੱਦੇ ਨਜ਼ਰ ਇਹ ਸਾਰੀਆਂ ਚੀਜ਼ਾਂ ਕਰਾਈਆਂ ਜਾ ਰਹੀਆਂ ਨੇ। ਜਾਣ ਬੁੱਝ ਕੇ ਇਹਦੇ ਪਿੱਛੇ ਸਿਆਸੀ ਤਾਕਤਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਨਜ਼ਰ ਆ ਰਹੀਆਂ ਨੇ। ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਆਮ ਲੋਕਾਂ ਨੂੰ। ਔਰ ਇਹਨਾਂ ਲੋਕਾਂ ਦੇ ਪਿੱਛੇ ਜਿਹੜਾ ਹੈਗਾ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ, ਔਰ ਉਹਦੀ ਜਗ੍ਹਾ ਦੇ ਉੱਤੇ ਮੈਨੂੰ ਲੱਗਦਾ ਕਿ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਹੈ। ਔਰ ਇੱਦਾਂ ਦੇ ਜਿਹੜੇ ਸਿਆਸੀ ਲੋਕ ਨੇ ਔਰ ਉਹਨਾਂ ਤੋਂ ਬਚਣ ਦੀ ਲੋੜ ਹੈ ਭੰਗੂ ਸਾਹਿਬ। ਜੀ ਬਿਲਕੁਲ, ਸਿਆਸੀ ਲੋਕਾਂ ਤੋਂ ਬਚਣ ਦੀ ਲੋੜ ਹੈ ਡਾਕਟਰ ਸਾਹਿਬ। ਉਹਨਾਂ ਦੀ ਨੀਤੀਆਂ ਤੋਂ ਜਿਹੜੀਆਂ ਸਮਾਜ ਦੇ ਲਈ ਘਾਤਕ ਸਾਬਤ ਹੁੰਦੀਆਂ ਨੇ।
ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਜੀ ਦੋਸਤੋ, ਤਮਾਮ ਮਸਲਿਆਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਸੀ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਸੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਪੰਜਾਬੀ। ਧੰਨਵਾਦ।